ਭੂਰਿਆਂ ਵਾਲੇ ਰਾਜੇ ਕੀਤੇ ਭਾਗ 12ਵਾਂ। ਬਾਦਸ਼ਾਹ ਦਾ ਲਾਹੌਰ ਪੁੱਜਣਾ, ਸਿੱਖਾਂ ਤੇ ਔਖ ਦਾ ਸਮਾਂ, ਹਿੰਦੂ ਮੁਸਲਮਾਨ ਫਸਾਦ, ਬਾਦਸ਼ਾਹ ਦਾ ਬਿਮਾਰ ਪੈਣਾ, ਪਾਗਲ ਹੋਣਾ ਅਤੇ ਫਿਰ ਮੌਤ, ਤਖਤ ਲਈ ਸਾਹਿਬਜ਼ਾਦਿਆਂ ਵਿਚਕਾਰ ਲੜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹ ਆਪਣੇ ਜਾਹੋ ਜਲਾਲ ਨਾਲ ਸ਼ਾਹੀ ਚਾਲੇ ਬੰਦਾ ਸਿੰਘ ਵਿਰੁੱਧ ਮੁਹਿੰਮ ਸਰ ਕਰਨ ਲਈ ਫੌਜ ਦੇ ਕੇ ਜਰਨੈਲਾਂ ਰੁਸਤਮ ਦਿਲ ਖਾਨ, ਮੁਹੰਮਦ ਅਮੀਨ ਖਾਨ, ਈਸਾ ਖਾਨ ਮੰਝ, ਅਗਰ ਖਾਨ ਜਾਂ ਅਸਗਰ ਖਾਨ ਦੇ ਪਿੱਛੇ ਪਿੱਛੇ ਲਾਹੌਰ ਵੱਲ ਆ ਰਿਹਾ ਸੀ। ਲਾਹੌਰ ਡੇਰਾ ਲਾ ਮੁਹਿੰਮ ਤੇਜ਼ ਕਰਕੇ ਸਿੱਖਾਂ ਨੂੰ ਬਿਲਕੁਲ ਖਤਮ ਕਰਨ ਦਾ ਤਹੱਈਆ ਕੀਤਾ ਹੋਇਆ ਸੀ। ਬਾਦਸ਼ਾਹ 11 ਅਗਸਤ ਸਨ 1111 ਈਸਵੀ ਨੂੰ ਲਾਹੌਰ ਪੁੱਜਾ ਸੀ। ਉਸ ਨੇ ਆਪਣਾ ਉਤਾਰਾ ਸ਼ਾਹੀ ਕਿਲੇ ਵਿੱਚ ਕਰਨ ਦੀ ਥਾਂ ਰਾਵੀ ਦੇ ਕੰਢੇ ਪਿੰਡ ਆਲੂਵਾਲਾ ਦੇ ਪਾਸ ਕੀਤਾ ਤੇ ਇੱਥੇ ਟਿਕਿਆ। ਸਹਿਜ਼ਾਦਾ ਅਜ਼ੀਮੂ ਸ਼ਾਨ ਨੇ ਆਵਾਨ ਪਿੰਡ ਲਾਗੇ ਆਪਣਾ ਡੇਰਾ ਲਾਇਆ ਤੇ ਡੇਰੇ ਦੇ 4 ਚੁਫੇਰੇ ਖਜ਼ਾਨੇ ਤੇ ਹੋਰ ਭਾਰ ਵਾਲੇ ਗੱਡੇ ਖੜੇ ਕਰਕੇ ਵਲਗਣ ਕਰ ਲਈ। ਸਹਿਜ਼ਾਦਾ ਮੁਹੰਮਦ ਮੁਅੱਜ਼ਦੀਨ ਦਾ ਡੇਰਾ ਪਰਵੇਜ਼ਾਬਾਦ ਮੰਡੀ ਦੇ ਲਾਗੇ ਸੀ। ਰਫੀਉ ਸ਼ਾਨ ਦਾ ਦਰਿਆ ਰਾਵੀ ਦੇ ਕੰਢੇ ਧਰਮੂ ਦੇ ਬਾਗ ਪਾਸ ਤੇ ਚੌਥੇ ਮੁਹੰਮਦ ਜਹਾਂਦਾਰ ਸ਼ਾਹ ਦਾ ਡੇਰਾ ਸ਼ਾਹ ਮੀਰ ਖੁਸ਼ ਦੇ ਮੈਦਾਨ ਵਿੱਚ ਲੱਗਾ। ਇਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸਿੰਘਾਂ ਦੇ ਬੜਾ ਸਖਤੀ ਨਾਲ ਵਿਰੋਧ ਸੀ। ਉਸ ਦੀ ਇਹ ਮੁਹਿੰਮ ਇੱਕ ਵੱਡੇ ਪੈਮਾਨੇ ਤੇ ਜਹਾਦ ਸੀ ਤੇ ਗਾਜ਼ੀ ਦੀ ਪਦਵੀ ਦੀ ਪ੍ਰਾਪਤੀ ਦੇ ਆਸ਼ੇ ਨਾਲ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਦੀ ਅਗਵਾਈ ਕਾਰਨ ਪੰਜਾਬ ਵੱਲ ਚੜ੍ਹ ਕੇ ਆਇਆ ਸੀ। ਇਸ ਲਈ ਬਾਦਸ਼ਾਹ ਦੇ ਸਿੱਖਾਂ ਵਿਰੁੱਧ ਚੜ੍ਹ ਕੇ ਆਉਣ ਦੀਆਂ ਖਬਰਾਂ ਸੁਣ ਕੇ ਹੀ ਲਾਹੌਰ ਦੇ ਕੱਟੜਪੰਥੀ ਮੁਸਲਮਾਨ ਭੂਏ ਆ ਗਏ ਤੇ ਹੱਥ ਬੰਨੇ ਤੋਂ ਬਾਹਰ ਹੋ ਗਏ। ਹੁਣ ਲਾਹੌਰ ਵਿੱਚ ਵਸਦੇ ਸਿੱਖਾਂ ਦੇ ਸਿਰਾਂ ਤੇ ਆਫਤ ਆ ਗਈ। ਸਾਰਾ ਇਲਾਕਾ ਸਿੱਖਾਂ ਲਈ ਕਤਲਗਾਹ ਹੀ ਬਣਿਆ ਹੋਇਆ ਸੀ। ਜਿਸ ਉੱਤੇ ਰਤਾ ਵੀ ਸ਼ੱਕ ਪੈ ਜਾਂਦਾ ਕਿ ਉਹ ਸਿੱਖ ਹੈ ਜਾਂ ਕਿਸੇ ਲੁਕੇ ਛੁਪੇ ਢੰਗ ਨਾਲ ਸਿੱਖਾਂ ਦੀ ਹਮਾਇਤ ਕਰਦਾ ਜਾਂ ਕਿਤੇ ਪਹਿਲਾਂ ਕੀਤੀ ਸੀ, ਝੱਟ ਬੰਨ ਲਿਆ ਜਾਂਦਾ। ਉਸ ਦਾ ਘਰ-ਬਾਰ ਲੁੱਟ-ਪੁੱਟ ਕੇ ਸਾੜ ਫੂਕ ਦਿੱਤਾ ਜਾਂਦਾ। ਬਾਲ ਬੱਚਾ ਵੀ ਨਾਲ ਧੂਇਆ ਘਸੀਟਿਆ ਜਾਂਦਾ। ਇੱਕ ਵਾਰ ਜੋ ਫੜਿਆ ਗਿਆ ਮੁੜ ਜਿਉਂਦਾ ਘਰ ਨਾ ਪਰਤਿਆ। ਇਹ ਮੁਸੀਬਤ ਸਿੱਖਾਂ ਉੱਤੇ ਉਹਨਾਂ ਦਿਨਾਂ ਤੋਂ ਉੱਠੀ ਹੋਈ ਸੀ ਜਦ ਕਿ ਹੈਦਰੀ ਝੰਡੇ ਵਾਲੇ ਜਹਾਜ਼ ਦੇ ਆਗੂ ਅਨਾਇਤੁੱਲਾ, ਮੁਹੰਮਦ ਤਕੀ ਖਾਂ ਆਦਿ ਭੀਲੋਵਾਲ ਪਿੰਡੋਂ ਮਾਰ ਖਾ ਖੱਜਲ ਖੁਆਰ ਹੋ ਕੇ ਮੁੜੇ ਸਨ। ਮੈਦਾਨ ਵਿੱਚ ਨਿੱਤਰ ਕੇ ਸਿੰਘਾਂ ਨਾਲ ਟਾਕਰਾ ਕਰ ਸਕਣ ਦੀ ਹਿੰਮਤ ਨਾ ਹੋਣ ਕਰਕੇ ਸ਼ਰਮਿੰਦੇ ਤੇ ਛਿੱਬੇ ਪਏ ਹੋਏ ਜਹਾਦੀ ਮਲਾਣਿਆਂ ਨੇ ਆਪਣੇ ਕੱਟੜਪੰਥੀ ਮੁਸਲਮਾਨ ਹੋਣ ਦੇ ਮਜ਼ਹਬੀ ਜਜ਼ਬਿਆਂ ਨੂੰ ਖੂਬ ਭੜਕਾ ਦਿੱਤਾ ਕਿ ਕਾਫਰਾਂ ਨੂੰ ਚੈਨ ਨਾ ਲੈਣ ਦਿਓ। ਜੋ ਢਹੇ ਚੜੇ ਮਾਰ ਮਕਾਓ, ਘਰ ਘਾਟ ਲੁੱਟ-ਪੁੱਟ ਲਓ ਤੇ ਸਾੜ ਫੂਕ ਕੇ ਸੁਆਹ ਕਰ ਦਿਓ। ਮੈਦਾਨ ਵਿੱਚ ਲੜਨ ਵਾਲੇ ਕਾਬੂ ਨਹੀਂ ਆਉਂਦੇ ਤਾਂ ਸ਼ਹਿਰ ਵਾਲੇ ਸਿੱਖ ਤਾਂ ਕਿਤੇ ਨਹੀਂ ਗਏ। ਹੈ ਤਾਂ ਇਹ ਵੀ ਸਿੱਖ, ਕਾਫਰ ਹੀ ਤਾਂ ਹਨ। ਸਿੱਖਾਂ ਦੀ ਮੌਤ ਇਸਲਾਮ ਦਾ ਵਾਧਾ ਤੇ ਮੋਮਨਾਂ ਲਈ ਅਮਨ ਚੈਨ ਦੀ ਜ਼ਮਾਨਤ। ਤਾਰੀਖੇ ਮੁਹੰਮਦ ਸ਼ਾਹੀ ਦੀ ਲਿਖਤੀ ਗਵਾਹੀ ਹਾਜ਼ਰ ਹੈ ਕਿ ਬਾਦਸ਼ਾਹ ਵੱਲੋਂ ਸਿੱਖਾਂ ਦੀ ਖੁੱਲ੍ਹੀ ਕਤਲਾਮ ਦਾ ਫਰਮਾਨ ਲਾਹੌਰ ਵਿਖੇ ਵੀ ਆਣ ਪੁੱਜਾ ਸੀ। ਜਿਹੜੇ ਕੱਟੜਪੰਥੀ ਪਹਿਲਾਂ ਹੀ ਸਿੱਖਾਂ ਦੇ ਖੂਨ ਦੇ ਧਿਆਏ ਸਨ, ਇਸ ਸਰਕਾਰੀ ਸ਼ਹਿ ਨਾਲ ਲੋਕਾਂ ਤੇ ਜ਼ੁਲਮ ਅਤੇ ਵਧੀਕੀਆਂ ਕਰਨ ਵਿੱਚ ਪਾਗਲਾਂ ਨੂੰ ਮਾਤ ਕਰ ਗਏ। ਇਹਨਾਂ ਨੇ ਲੋਕਾਂ ਉੱਤੇ ਅੰਨ੍ਹੇਵਾਹ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਕੌਣ ਇਨਸਾਫ ਕਰੇ ਤੇ ਕਿਸ ਤੋਂ ਸਫਾਈ ਮੰਗੇ। ਬਾਦਸ਼ਾਹੀ ਫਰਮਾਨ ਨੇ ਤਾਂ ਪਰਜਾ ਉੱਤੇ ਅਤਿਆਚਾਰਾਂ ਦੇ ਹੱਦ ਬੰਨੇ ਤੋੜ ਦਿੱਤੇ। ਬਹੁਤ ਸਾਰੇ ਲੋਕ ਸਿੱਖ ਜਾਂ ਸਿੱਖਾਂ ਦੇ ਪੱਖੀ ਗਰਦਾਨ ਕੇ ਜਾਂ ਝੂਠ ਮੂਠ ਹੀ ਹਮਦਰਦ ਕਹਿ ਕੇ ਮਾਰ ਦਿੱਤੇ ਗਏ। ਬਹੁਤ ਸਾਰੇ ਹਿੰਦੂਆਂ ਨੂੰ ਸਹਿਜਧਾਰੀ ਸਿੱਖ ਕਹਿ ਕੇ ਮਾਰ ਮੁਕਾਇਆ। ਜਨੂਨੀ ਕੱਟੜਾਂ ਨੇ ਨਰੋਲ ਹਿੰਦੂਆਂ ਦੀ ਪੂਜਾ ਨੂੰ ਇਸਲਾਮੀ ਸ਼ਹਿਰ ਵਿੱਚ ਕੁਫਰ ਦਾ ਹੋ ਰਿਹਾ ਵਾਧਾ ਕਹਿ ਕੇ ਰੋਕਣਾ ਸ਼ੁਰੂ ਕਰ ਦਿੱਤਾ। ਇਹ ਲੋਕ ਬਹੁਤ ਹੀ ਬੇਲਗਾਮ ਤੇ ਬੇਰਹਿਮ ਹੋ ਗਏ। ਕਾਫੀ ਸਮੇਂ ਤੋਂ ਰਾਵੀ ਕੰਢੇ ਬਾਦਸ਼ਾਹੀ ਮਹਿਲ ਪਾਸ ਸੰਨਿਆਸੀਆਂ ਦਾ ਇੱਕ ਮੱਠ ਸੀ, ਜਿੱਥੇ ਉਹ ਤਪੱਸਿਆ ਤੇ ਸਮਾਧੀ ਵਿੱਚ ਮਗਨ ਰਹਿੰਦੇ ਸਨ। ਇਹਨਾਂ ਲੋਕਾਂ ਦਾ
ਦੁਨਿਆਵੀ ਕਾਰ ਵਿਹਾਰ ਨਾਲ ਕੋਈ ਸਰੋਕਾਰ ਨਹੀਂ ਸੀ ਤੇ ਨਾ ਹੀ ਇਹ ਕਿਸੇ ਹਿੰਦੂ ਮੁਸਲਮਾਨਾਂ ਦੇ ਆਪਸੀ ਝੇੜੇ ਵਿੱਚ ਹਿੱਸਾ ਲੈਂਦੇ ਸਨ। ਇਹ ਈਸ਼ਵਰ ਭਗਤੀ ਵਿੱਚ ਮਸਤ ਰਹਿੰਦੇ ਤੇ ਹਰ ਕਿਸੇ ਨੂੰ ਇੱਕ ਨਜ਼ਰ ਵੇਖਦੇ ਸਨ। ਇੱਕ ਦਿਨ ਲੁੱਚੇ ਲਫੰਗੇ ਮੁਸਲਮਾਨਾਂ ਦਾ ਇੱਕ ਭੂਤਰਿਆ ਹਜੂਮ ਇਸ ਪਾਸੇ ਆ ਨਿਕਲਿਆ। ਇੱਕ ਬਿਰਧ ਅਵਧੂਤ ਜ਼ਨਾਨੀ ਈਸ਼ਵਰ ਭਗਤੀ ਵਿੱਚ ਸਮਾਧੀ ਲਾ ਕੇ ਬੈਠੀ ਸੀ। ਇੱਕ ਬੇਰਹਿਮ ਗੁੰਡੇ ਮੁਸਲਮਾਨ ਨੇ ਅੱਗੇ ਵੱਧ ਕੇ ਬਿਨਾਂ ਕਾਰਨ ਹੀ ਛੁਰਾ ਮਾਰ ਕੇ ਉਸ ਦਾ ਢਿੱਡ ਪਾੜ ਦਿੱਤਾ, ਉਸ ਦੀ ਖੋਪੜੀ ਵੀ ਤੋੜ ਦਿੱਤੀ। ਉਸ ਦੇ ਜ਼ਖਮ ਚੋਂ ਇਸ ਤਰ੍ਹਾਂ ਲਹੂ ਵਗ ਤੁਰਿਆ ਜਿਵੇਂ ਕਿਸੇ ਝਰਨੇ ਵਿੱਚੋਂ ਪਾਣੀ ਆਪ ਮੁਹਾਰਾ ਧਲ ਧਲ ਵਗ ਤੁਰਦਾ ਹੈ। ਜਿੰਨੇ ਵੀ ਇੱਥੇ ਹਿੰਦੂ ਤੇ ਰੱਬ ਦੇ ਭੈ ਵਾਲੇ ਨੇਕ ਮੁਸਲਮਾਨ ਇਕੱਠੇ ਹੋ ਗਏ ਸਨ, ਉਹਨਾਂ ਨੂੰ ਇਹ ਦੁਖਦਾਈ ਘਟਨਾ ਵੇਖ ਕੇ ਬੜਾ ਅਚੰਭਾ ਤੇ ਅਫਸੋਸ ਹੋਇਆ। ਪਰ ਮੁਸਲਮਾਨੀ ਪੱਖਪਾਤ ਤੋਂ ਡਰਦਿਆਂ ਕਿਸੇ ਨੇ ਮੂੰਹ ਨਾ ਖੋਲ੍ਹਿਆ, ਨਾ ਉਹਨਾਂ ਬੇਕਿਰਕਾਂ ਨੂੰ ਕਿਸੇ ਮਾੜਾ ਆਖਿਆ। ਸਗੋਂ ਜਨੂਨ ਵਸ ਉਹ ਕਈ ਕਿਸਮ ਦੀ ਬਕਵਾਸ ਕਰਦੇ ਰਹੇ। ਇਸ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਦੁਖਦਾਈ ਘਟਨਾ ਵਾਪਰ ਗਈ, ਹਿੰਦੂ ਮੁਸਲਮਾਨ ਫਸਾਦ। ਇਹ ਘਟਨਾ ਇੰਜ ਵਾਪਰੀ ਕਿ ਅਨਾਇਤੁੱਲਾ ਖਾਨ ਸਮਾਨ ਦੇ ਹਿੰਦੂ ਮਤਸਦੀ ਸ਼ਿਵ ਸਿੰਘ ਦੇ ਇੱਕ ਰਿਸ਼ਤੇਦਾਰ ਦੇ ਪੁੱਤਰ ਨੂੰ ਮਾਤਾ ਨਿਕਲੀ ਹੋਈ ਸੀ ਤੇ ਇਹ ਹਿੰਦੂ ਲੋਕ ਆਪਣੀ ਧਰਮ ਰੀਤੀ ਅਨੁਸਾਰ ਸੀਤਲਾ ਮਾਤਾ ਦੀ ਪੂਜਾ ਕਰਨ ਲਈ ਗਾਉਂਦੇ ਤੇ ਢੋਲ ਵਜਾਉਂਦੇ ਸੀਤਲਾ ਦੇਵੀ ਮੰਦਿਰ ਨੂੰ ਜਾ ਰਹੇ ਸਨ। ਇਹ ਵੇਖ ਕੇ ਲਾਹੌਰ ਦੇ ਕੱਟੜ ਮੌਲਵੀ ਮੁਲਾਣਿਆਂ ਨੇ ਇਸਲਾਮ ਦੇ ਨਾਮ ਉੱਤੇ ਦੁਹਾਈ ਮਚਾ ਦਿੱਤੀ ਕਿ ਸ਼ਹਿਰ ਵਿੱਚ ਹਿੰਦੂ ਕੁਫਰ ਦਾ ਵਾਧਾ ਕਰੀ ਜਾ ਰਹੇ ਹਨ ਤੇ ਇਸਲਾਮ ਦੀ ਹਾਨੀ ਹੋ ਰਹੀ ਹੈ। ਇਹ ਰੌਲਾ ਸੁਣ ਕੇ ਤੇ ਵੇਖਾ ਵੇਖੀ ਹਮੂ ਤੰਮੂ ਮੁਸਲਮਾਨ ਕਰੀਬ 1 ਲੱਖ ਦੀ ਗਿਣਤੀ ਵਿੱਚ ਇਕੱਠੇ ਹੋ ਗਏ। ਇਹਨਾਂ ਵਿੱਚ ਬਹੁਤੇ ਜੁਲਾਹੇ, ਮੋਚੀ ਤੇ ਅਰਾਈ ਸਨ। ਇਹਨਾਂ ਫਸਾਦੀਆਂ ਦਾ ਮੋਢੀ ਸ਼ਹਿਰ ਦੇ ਲੇਖਾਕਾਰ ਦਾ ਮਿੱਤਰ ਇੱਕ ਵਰਦੀ ਬੇਗ ਨਾਮੀ ਸੀ, ਜਿਸ ਦੀ ਪਿੱਠ ਉੱਤੇ ਮੁਲਾਣਿਆਂ ਦਾ ਹੱਥ ਸੀ। ਸ਼ਾਹੀ ਫੁਰਮਾਨ ਭਾਵੇਂ ਨਰੋਲ ਸਿੱਖਾਂ ਵਿਰੁੱਧ ਸੀ, ਪਰ ਮੁਲਾਣਿਆਂ ਰੰਗ ਇਹ ਦਿੱਤਾ ਕਿ ਹਿੰਦੂ ਹੋਣ ਜਾਂ ਸਿੱਖ ਹਨ ਤਾਂ ਕਾਫਰ ਹੀ, ਹਿੰਦੂਆਂ ਦੀ ਵੀ ਨਾਲ ਹੀ ਬਰਬਾਦੀ ਕਰੋ। ਜਿਸ ਨੇ ਰਿਆਇਆ ਦੀ ਰਾਖੀ ਕਰਨੀ ਹੈ ਉਹ ਬਾਦਸ਼ਾਹ ਤਾਂ ਸਿੱਖਾਂ ਵਿਰੁੱਧ ਕਤਲਾਮ ਦਾ ਹੁਕਮ ਜਾਰੀ ਕਰ ਰਿਹਾ ਹੈ। ਮੁਲਾਣਿਆਂ ਇਸ ਫੁਰਮਾਨ ਦੀ ਫਾਹੀ ਹਿੰਦੂਆਂ ਦੇ ਗਲ ਵੀ ਪਾ ਦਿੱਤੀ। ਹੁਣ ਇਹਨਾਂ ਨੂੰ ਪਾਗਲ ਤੇ ਕੱਟੜ ਪੰਥੀਆਂ ਤੋਂ ਕੌਣ ਬਚਾਵੇ। ਬਸ ਫਿਰ ਕੀ ਸੀ, ਇਹਨਾਂ ਮੱਛਰੇ ਫਸਾਦੀਆਂ ਨੇ ਸ਼ਹਿਰ ਦੇ ਨਿਹੱਥੇ ਅਤੇ ਬੇਆਸਰਾ ਹਿੰਦੂਆਂ ਨੂੰ ਲੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਹਿੰਦੂਆਂ ਦੀ ਡਰਦਿਆਂ ਦੀ ਕੀ ਤਾਕਤ ਜੋ ਅੱਗੋਂ ਹੱਥ ਚੁੱਕਣ, ਚੁੱਪਚਾਪ ਸਾਰੇ ਨਿਰਾਦਰ ਸਹਾਰੀ ਜਾਂਦੇ ਸਨ। ਪਲੋ ਪਲੀ ਇਹ ਭੜਕੀ ਹੋਈ ਅੱਗ ਵੱਧਦੀ ਜਾ ਰਹੀ ਸੀ। ਪਰ ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਭਲੇ ਨੂੰ ਜੇ ਕਿਧਰੇ ਬਚਨ ਸਿੰਘ ਕਸ਼ਵਾਹਾ ਅਤੇ ਬਦਨ ਸਿੰਘ ਬੰਦੇਲਾ, ਜੋ ਬਾਦਸ਼ਾਹ ਵੱਲੋਂ ਸ਼ਹਿਰ ਦੀ ਰਾਖੀ ਲਈ ਨਿਯੁਕਤ ਸਨ, ਮੌਕਾ ਸੰਭਾਲ ਕੇ ਵੇਲੇ ਸਿਰ ਇਹਨਾਂ ਰੱਖਿਆਹੀਣਾਂ ਦੀ ਸਹਾਇਤਾ ਨਾ ਕਰਦੇ ਤਾਂ ਸ਼ਾਇਦ ਸ਼ਹਿਰ ਦੀ ਬਹੁਤ ਸਾਰੀ ਹਿੰਦੂ ਆਬਾਦੀ ਮਾਰ ਕੇ ਮੁਕਾ ਹੀ ਦਿੱਤੀ ਜਾਂਦੀ। ਇਸ ਗੰਭੀਰ ਸਮੇਂ ਦੋਹਾਂ ਸਰਦਾਰਾਂ ਨੇ ਸ਼ਹਿਰੋਂ ਬਾਹਰ ਇੱਕ ਚੰਗੀ ਸੁਰੱਖਿਅਤ ਥਾਂ ਮੱਲ ਲਈ। ਸ਼ਹਿਰ ਵਿੱਚ ਢੋਲ ਵਜਾ ਕੇ ਢੰਡੋਰਾ ਪਟਵਾ ਦਿੱਤਾ ਕਿ ਸ਼ਹਿਰ ਦੇ ਹਿੰਦੂ ਸਾਡੇ ਪਾਸ ਆ ਜਾਣ। ਸਭ ਹਿੰਦੂ ਨੌਕਰਾਂ ਨੇ ਲਾਹੌਰ ਦੀ ਨੌਕਰੀ ਛੱਡ ਦਿੱਤੀ ਤੇ ਸ਼ਹਿਰੀਆਂ ਨਾਲ ਰਲ ਕੇ ਮੁਸਲਮਾਨਾਂ ਨਾਲ ਸਿੱਝਣ ਖਾਤਰ ਲੜਨ ਲਈ ਤਿਆਰ ਹੋ ਗਏ। ਇੱਕ ਝੜਪ ਵਿੱਚ ਮੁਸਲਮਾਨ ਫਸਾਦੀਆਂ ਦੀ ਬੁਰੀ ਹਾਲਤ ਹੋਈ। ਜ਼ਬਰਦਸਤ ਖਾਂ ਨੇ ਤੇਜ਼ੀ ਨਾਲ ਵਿਗੜਦੇ ਜਾਂਦੇ ਹਾਲਾਤ ਦੀ ਨਜ਼ਾਕਤ ਨੂੰ ਭਾਂਪ ਲਿਆ ਤੇ ਸੂਬੇ ਅਸਲਮ ਬੇਗ ਨੂੰ ਸਮਝਾਇਆ ਕਿ ਰੌਲੇ ਦੀ ਅੱਗ ਨੂੰ ਠੰਡਾ ਕਰੇ, ਨਹੀਂ ਤਾਂ ਗੱਲ ਵਸੋਂ ਵੱਧ ਜਾਏਗੀ। ਹਿੰਦੂਆਂ ਦਾ ਹੱਥ ਹੁਣ ਉੱਚਾ ਸੀ। ਨਾਜ਼ਮ ਨੇ ਇਹ ਸਲਾਹ ਮੰਨ ਕੇ ਦੋਹਾਂ ਧਿਰਾਂ ਵਿੱਚ ਪੈ ਕੇ ਠੰਡ ਠੰਡੌਲਾ ਕਰ ਦਿੱਤਾ ਤੇ ਸ਼ਹਿਰ ਨੂੰ ਹੋਰ ਨੁਕਸਾਨ ਹੋਣ ਤੋਂ ਬਚਾ ਲਿਆ। ਤਾਰੀਖੇ ਮੁਹੰਮਦ ਸ਼ਾਹੀ ਦਾ ਕਰਤਾ ਅੱਗੇ ਜ਼ਿਕਰ ਕਰਦਾ ਹੈ ਕਿ ਅਸਲੀਅਤ ਦੇ ਬਿਲਕੁਲ ਉਲਟ ਇਹਨਾਂ ਬੇਸਮਝੀ ਦੇ ਗਰਸੇ ਮੂਰਖ ਕੱਟੜਾਂ ਨੇ ਬਾਦਸ਼ਾਹ ਪਾਸ ਜਾ ਸ਼ਿਕਾਇਤ ਕੀਤੀ ਕਿ ਲਾਹੌਰ ਵਿੱਚ ਜੋ ਫਸਾਦ ਹੋਇਆ ਹੈ, ਇਸ ਵਿੱਚ ਹਿੰਦੂਆਂ ਨੇ ਮੁਸਲਮਾਨਾਂ ਦਾ ਪੁੱਜ ਕੇ ਬੜਾ ਨੁਕਸਾਨ ਕੀਤਾ ਹੈ। ਕੁਝ ਨੀਚ ਤੇ ਸਵਾਰਥੀ ਬੰਦਿਆਂ ਨੇ ਬਾਦਸ਼ਾਹ ਨੂੰ ਹੋਰ ਤੋਖਣਾ ਦਿੱਤੀ ਕਿ ਹਿੰਦੂਆਂ ਮੁਸਲਮਾਨਾਂ ਦਾ ਕੀ ਨੁਕਸਾਨ ਕਰ ਸਕਣਾ। ਹਿੰਦੂਆਂ ਦੇ ਰੂਪ ਵਿੱਚ ਇਹ ਸਾਰੀ ਸਿੱਖਾਂ ਦੀ ਹੀ ਮਿਹਰਬਾਨੀ ਹੈ। ਇਹਨਾਂ ਸ਼ਿਕਾਇਤ ਕਰਨ ਆਏ ਮੁਸਲਮਾਨਾਂ ਨੂੰ ਬਾਦਸ਼ਾਹ ਨੇ
ਕੁਰਾਨ ਸ਼ਰੀਫ ਤੇ ਹਦੀਸ ਦੇ ਹਵਾਲਿਆਂ ਨਾਲ ਨਸੀਹਤਾਂ ਕੀਤੀਆਂ ਅਤੇ ਸਿੱਖਾਂ ਤੇ ਹਿੰਦੂਆਂ ਵਿਚਕਾਰ ਪਛਾਣ ਕਰਨ ਲਈ ਆਪਣਾ ਸ਼ਾਹੀ ਫਰਮਾਨ ਮੁੜ ਨਵੇਂ ਸਿਰਿਓਂ ਚਾਲੂ ਕੀਤਾ ਕਿ ਬਾਦਸ਼ਾਹੀ ਲਸ਼ਕਰ ਦੇ ਸਾਰੇ ਹਿੰਦੂ ਆਪਣੀਆਂ ਦਾੜੀਆਂ ਮੁਨਾ ਦੇਣ ਤੇ ਅੱਗੇ ਤੋਂ ਕੋਈ ਸਰਕਾਰੀ ਮੁਲਾਜ਼ਮ ਹਿੰਦੂ ਦਾੜੀ ਨਾ ਰੱਖੇ। ਸਿੱਖਾਂ ਤੇ ਹਿੰਦੂਆਂ ਵਿਚਕਾਰ ਕੇਸ ਤੇ ਦਾੜੀ ਹੀ ਪਛਾਣ ਦੇ ਚਿੰਨ੍ਹ ਹਨ। ਗੁਲਾਮ ਹੁਸੈਨ ਖਾਨ ਦੀ ਕਿਤਾਬ ਸੀਰੁਲ ਮੁਤਾਖਰੀਨ ਅਨੁਸਾਰ ਸਿੱਖ ਕਿਸੇ ਵੀ ਹਾਲਤ ਵਿੱਚ ਭਾਵੇਂ ਮੌਤ ਦਾ ਕਸ਼ਟ ਤੇ ਭੈ ਵੀ ਸਾਹਮਣੇ ਕਿਉਂ ਨਾ ਦਿਸਦਾ ਹੋਵੇ, ਆਪਣੇ ਕੇਸ ਦਾੜੀ ਜਾਂ ਸਰੀਰ ਦੇ ਕਿਸੇ ਹਿੱਸੇ ਦੇ ਵੀ ਰੋਮ ਨਹੀਂ ਕਟਵਾਉਣਗੇ ਜਾਂ ਮਨਵਾਉਣਗੇ। ਇਸ ਫਰਮਾਨ ਨੇ ਇਹ ਰੰਗ ਫੜਿਆ ਕਿ ਹਿੰਦੂਆਂ ਦੀ ਹੋਰ ਵੀ ਬੁਰੀ ਗਤ ਬਣੀ ਤੇ ਬਹੁਤ ਜਲੀਲ ਕੀਤਾ ਗਿਆ। ਹੁਕਮ ਤਾਂ ਸਿਰਫ ਦਾੜੀਆਂ ਮੁੰਨਣ ਦਾ ਸੀ, ਪਰ ਇਸ ਤੇ ਅਮਲ ਕਰਨ ਵਾਲਿਆਂ ਕੀ ਕੀਤਾ। ਜਰਾ ਜਹਾਨਾਬਾਦ ਦੇ ਫੌਜਦਾਰ ਜਾਰ ਮੁਹੰਮਦ ਖਾਂ ਕਲੰਦਰ ਦੇ ਦਸਤੂਰੁਲ ਇੰਸ਼ਾ ਅਤੇ ਰੁਕਾਤ ਅਮੀਨ ਦੌਲਾ ਦੇ 5ਵੇਂ ਰੁਕੇ ਵਿੱਚ ਪੂਰੀ ਤਸਵੀਰ ਦਿੱਤੀ ਹੋਈ ਹੈ, ਜੋ ਇਸ ਪ੍ਰਕਾਰ ਹੈ। ਜਿਸ ਦਿਨ ਨਾਨਕ ਪ੍ਰਸਤਾਂ ਨਾਨਕ ਨੂੰ ਪੂਜਣ ਵਾਲੇ ਸਿੱਖਾਂ ਨੂੰ ਉਹਨਾਂ ਦੇ ਕੀਤੇ ਬੁਰੇ ਕੰਮਾਂ ਮਾੜੀਆਂ ਕਰਤੂਤਾਂ ਦੀ ਸਜ਼ਾ ਮਿਲੀ, ਉਸੇ ਦਿਨ ਬਾਦਸ਼ਾਹੀ ਫਰਮਾਨ ਜਾਰੀ ਹੋਇਆ ਕਿ ਸ਼ਾਹੀ ਲਸ਼ਕਰ ਦੇ ਸਾਰੇ ਹਿੰਦੂਆਂ ਦੀਆਂ ਦਾੜੀਆਂ ਮੁੰਨ ਦਿੱਤੀਆਂ ਜਾਣ ਅਤੇ ਸਾਰੇ ਸੂਬਿਆਂ ਵਿੱਚ ਹੁਕਮ ਉਜਾਗਰ ਕਰ ਦਿੱਤਾ ਜਾਵੇ ਕਿ ਕੋਈ ਬੇਦੀਨ ਗੈਰ ਮੁਸਲਮਾਨ ਜੋ ਮੁਸਲਮਾਨ ਨਾ ਹੋਵੇ ਦਾੜੀ ਲੰਬੀ ਨਾ ਵਧਾਏ, ਅਤੇ ਜੋ ਕੋਈ ਇਹੋ ਜਿਹਾ ਲੰਮੀ ਦਾੜੀ ਵਾਲਾ ਮਿਲ ਜਾਵੇ ਤਾਂ ਉਸ ਦੀ ਦਾੜੀ ਫੜ ਕੇ ਪੁੱਟ ਦਿੱਤੀ ਜਾਵੇ। ਸਾਰੇ ਬਾਦਸ਼ਾਹੀ ਸੂਬਿਆਂ ਵਿੱਚ ਇਹ ਗੱਲ ਚੰਗੀ ਤਰ੍ਹਾਂ ਫੈਲਾ ਦਿੱਤੀ ਗਈ। ਬਾਦਸ਼ਾਹੀ ਕੈਂਪ ਵਿੱਚ ਇਸ ਹੁਕਮ ਉੱਤੇ ਅਮਲ ਨੇ ਇਹ ਸ਼ਕਲ ਅਖਤਿਆਰ ਕਰ ਲਈ ਕਿ ਫੌਜਾਂ ਦੇ ਕਦੈੜ ਸਰਦਾਰ, ਕਦਾਵਰ, ਵੱਡਿਆਂ ਕੱਦਾਂ ਵਾਲੇ ਪਹਿਲਵਾਨ ਨਾਈਆਂ ਨੂੰ ਨਾਲ ਲਈ ਚੂੜਿਆਂ ਦੇ ਗੰਦਗੀ ਢੋਣ ਵਾਲੇ ਭਾਂਡਿਆਂ ਵਿੱਚ ਗੰਦਾ ਪਲੀਦ ਪਾਣੀ ਲੈ ਕੇ ਗਲੀਆਂ ਬਾਜ਼ਾਰਾਂ ਵਿੱਚ ਨਿਕਲ ਪਏ ਤੇ ਜਿਸ ਕਿਸੇ ਲੰਬੀ ਦਾੜੀ ਵਾਲੇ ਬੇਦੀਨ ਨੂੰ ਦੇਖਦੇ ਫੜ ਕੇ ਬੜੀ ਨਿਰਾਦਰੀ ਤੇ ਜ਼ਲੀਲ ਕਰਨ ਵਾਲੇ ਢੰਗ ਨਾਲ ਉਸ ਦੀ ਦਾੜੀ ਮੁੰਨ ਦਿੰਦੇ, ਉਸ ਦੀ ਲਿਬਾਸ ਦੀ ਪਗੜੀ ਤੇ ਲਿਬਾਸ ਲਾ ਲੈਂਦੇ। ਬਾਦਸ਼ਾਹ ਅਤੇ ਸਾਹਿਬਜ਼ਾਦਿਆਂ ਦੇ ਦਫ਼ਤਰ ਦੇ ਜਾਣਕਾਰ ਜਿਨ੍ਹਾਂ ਨੂੰ ਇਸ ਫਰਮਾਨ ਦਾ ਪਤਾ ਲੱਗ ਗਿਆ ਸੀ ਅਤੇ ਦੂਸਰੇ ਜਾਣੂ ਉੱਗੇ ਹਿੰਦੂ ਆਪਣੀਆਂ ਦਾੜੀਆਂ ਘਰੀ ਹੀ ਆਪਣੇ ਆਪ ਮੁਨਵਾ ਕੇ ਆਪਣੇ ਮਾਲਕ ਦੀ ਖਿਦਮਤ ਵਿੱਚ ਹਾਜ਼ਰ ਹੁੰਦੇ ਸਨ। ਇਹ ਗੱਲ ਜ਼ੋਰ ਫੜਦੀ ਗਈ ਅਤੇ ਦਿਨੋਂ ਦਿਨ ਉਦੋਂ ਤੱਕ ਜ਼ਿਆਦਾ ਵੱਧਦੀ ਗਈ ਜਦ ਕਿ ਬਾਦਸ਼ਾਹੀ ਡੇਰਾ ਲਾਹੌਰ ਦੇ ਲਾਗੇ ਜਾ ਪੁੱਜਾ ਅਤੇ ਬਾਦਸ਼ਾਹ ਦੇ ਤਖਤ ਉੱਤੇ ਬੈਠਣ ਦੀ ਮੁਬਾਰਕ ਰਸਮ ਦੀਆਂ ਤਿਆਰੀਆਂ ਦਾ ਹੁਕਮ ਸਾਦਰ ਹੋ ਗਿਆ। ਬਾਦਸ਼ਾਹ ਦੇ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਸੂਬੇਦਾਰ ਅਸਲਮ ਖਾਨ ਨੇ ਹਿੰਦੂ ਮੁਸਲਮਾਨਾਂ ਵਿਚਕਾਰ ਫਸਾਦਾਂ ਨੂੰ ਠੱਲ ਪਾ ਦਿੱਤੀ ਸੀ। ਫਿਰ ਹਿੰਦੂਆਂ ਦੀਆਂ ਦਾੜੀਆਂ ਮੁੰਨੇ ਜਾਣ ਤੇ ਆ ਕੇ ਗੱਲ ਰੁਕ ਗਈ। ਕੁਝ ਅਮਨ ਵਰਗੀ ਸਥਿਤੀ ਬਣ ਗਈ, ਪਰ ਸਿੱਖਾਂ ਉੱਤੇ ਮੁਸੀਬਤਾਂ ਦੀਆਂ ਕੰਧਾਂ ਉਸੇ ਤਰ੍ਹਾਂ ਢਹਿੰਦੀਆਂ ਰਹੀਆਂ। ਸ਼ਹਿਰ ਵਿੱਚ ਵਸਣ ਵਾਲੇ ਸਿੱਖਾਂ ਨੂੰ ਮਾਰ ਖਪਾਉਣ ਤੋਂ ਪਿੱਛੋਂ ਪਿੰਡਾਂ ਦੇ ਵਸਨੀਕਾਂ ਦੀ ਵਾਰੀ ਆਈ। ਹਿੰਦੂ ਰਹੁ ਰੀਤਾਂ ਨੂੰ ਮੰਨਣ ਵਾਲੇ ਪਿੰਡੂ ਜੋ ਪਹਿਲਾਂ ਹੀ ਨਗਾਈਏ ਸੁਲਤਾਨੀਏ ਬਣੇ ਹੋਏ ਸਨ ਤੇ ਜਾਤ ਧਰਮ ਵੱਲੋਂ ਮੁਸਲਮਾਨਾਂ ਵਿੱਚ ਮਿਲਗੋਭਾ ਜਿਹਾ ਬਣੇ ਹੋਏ ਸਨ, ਝੱਟ ਦਾੜੀ ਮੁੱਛ ਤੇ ਕੇਸ ਮੁਨਾ ਕੇ ਸੁਰੱਖਿਅਤ ਹੋ ਗਏ। ਪਰ ਸਿੱਖ ਤਾਂ ਇੰਜ ਕਰ ਨਹੀਂ ਸਨ ਸਕਦੇ। ਉਹਨਾਂ ਨੂੰ ਜਾਨ ਜਾਇਦਾਦ ਨਾਲੋਂ ਧਰਮ ਪਿਆਰਾ ਸੀ। ਸਭ ਪੱਗ ਬੰਨ੍ਹ ਜੰਗਲੀ ਬੇਲੀ ਹੋ ਬੈਠੇ। ਕੁਝ ਮਨ ਚਲੇ ਨਿੱਕੇ ਨਿੱਕੇ ਗਰੋਹ ਬਣਾ ਕੇ ਮਾਰਾਂ ਧਾੜਾਂ ਕਰਕੇ ਗੁਜ਼ਾਰਾ ਚਲਾਉਣ ਲੱਗੇ। ਜੋ ਜ਼ਿਆਦਾ ਜੋਸ਼ੀਲੇ ਤੇ ਛੱਡੇ ਵਾਲੇ ਸਨ ਉਹ ਬੰਦਾ ਸਿੰਘ ਬਹਾਦਰ ਦੇ ਦਲ ਵੱਲ ਧਾਈ ਕਰ ਜਾ ਮਿਲੇ। ਜਿਸ ਸਮੇਂ ਬਾਦਸ਼ਾਹ ਲਾਹੌਰ ਵਿਖੇ ਆਣ ਟਿਕਿਆ ਸੀ, ਬੰਦਾ ਸਿੰਘ ਜੰਮੂ ਦੀਆਂ ਪਹਾੜੀਆਂ ਚੋਂ ਨਿਕਲ ਕੇ ਦੱਖਣ ਪਾਸੇ ਨੂੰ ਚਾਲੇ ਪਾ ਗਿਆ। ਮੁਹੰਮਦ ਅਮੀਨ ਖਾਨ ਫੌਜ ਲੈ ਕੇ ਉਸ ਦੀ ਸੂਹਾਂ ਕੱਢ ਕੇ ਉਸ ਦੇ ਪਿੱਛੇ ਪਿੱਛੇ ਪਿਆ ਰਿਹਾ। ਬਾਦਸ਼ਾਹ ਆਪ ਤਾਂ ਬੰਦਾ ਸਿੰਘ ਦੇ ਪਿੱਛੇ ਪੈਣ ਲਈ ਲਾਹੌਰੋਂ ਬਾਹਰ ਨਾ ਨਿਕਲਿਆ। ਹਾਂ, ਜਦ ਉਸ ਨੂੰ ਬੰਦਾ ਸਿੰਘ ਤੇ ਉਸ ਦੇ ਸਿੰਘਾਂ ਬਾਰੇ ਕੋਈ ਖਬਰ ਮਿਲਦੀ, ਉਹਨਾਂ ਵਿਰੁੱਧ ਕੋਈ ਜ਼ਰੂਰੀ ਕਾਰਵਾਈ ਕਰਨ ਲਈ ਲਾਹੌਰੋਂ ਹੁਕਮ ਜਾਰੀ ਕਰ ਦਿੰਦਾ। ਬਾਦਸ਼ਾਹ ਦਾ ਬਿਮਾਰ ਪੈਣਾ, ਪਾਗਲ ਹੋਣਾ, ਫਿਰ ਮੌਤ। 30 ਦਸੰਬਰ 1711 ਨੂੰ ਬਹਾਦਰ ਸ਼ਾਹ ਦੇ ਰਾਜ ਦਾ 6ਵਾਂ ਸਾਲ ਸ਼ੁਰੂ ਹੋਇਆ।
1 जनवरी 1712 ਈਸਵੀ ਨੂੰ ਉਸ ਦੀ ਤਬੀਅਤ ਕੁਝ ਢਿੱਲੀ ਹੋਈ ਤੇ ਫਿਰ ਦਿਨੋਂ ਦਿਨ ਉਸ ਦੀ ਹਾਲਤ ਵਿਗੜਦੀ ਗਈ। ਪਿੱਛੋਂ ਉਸ ਦੇ ਦਿਮਾਗ ਵਿੱਚ ਨੁਕਸ ਪੈ ਜਾਣ ਦੇ ਨਿਸ਼ਾਨ ਜ਼ਾਹਰ ਹੋਣ ਲੱਗੇ। ਉਸ ਦੇ ਪਾਸ ਰਹਿਣ ਵਾਲਿਆਂ ਨੂੰ ਇੰਜ ਲੱਗਦਾ ਸੀ ਕਿ ਉਸ ਨੂੰ ਵਹਿਮ ਭਰਮ ਦੀ ਬਿਮਾਰੀ ਹੋ ਗਈ ਹੈ। ਫਰਵਰੀ ਦਾ ਦੂਜਾ ਹਫ਼ਤਾ ਸੀ ਕਿ ਇੱਕ ਦਿਨ ਉਸ ਦੇ ਦਿਮਾਗ ਵਿੱਚ ਐਸੀ ਗੱਲ ਸਮਾਈ ਕਿ ਹੁਕਮ ਦੇ ਦਿੱਤਾ ਕਿ ਬਾਦਸ਼ਾਹੀ ਡੇਰੇ ਦੇ ਸਾਰੇ ਕੁੱਤੇ ਤੇ ਖੋਤੇ ਮਾਰ ਦਿੱਤੇ ਜਾਣ। ਹਿੰਦੂ ਜੋਗੀਆਂ ਸਾਧੂ ਸੰਨਿਆਸੀਆਂ ਨੂੰ ਲਸ਼ਕਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਪੰਜਾਬ ਵਿੱਚ ਇਹ ਪੁਰਾਣਾ ਵਹਿਮ ਹੈ ਕਿ ਕੁੱਤੇ ਉਦੋਂ ਰੋਂਦੇ ਹਨ ਜਦ ਉਹਨਾਂ ਨੂੰ ਜਮਦੂਦ ਨਜ਼ਰ ਆਉਣ। ਬਾਦਸ਼ਾਹ ਬਿਮਾਰ ਸੀ ਤੇ ਉਸ ਦਾ ਵਹਿਮ ਵੀ ਬਹੁਤ ਵੱਧ ਗਿਆ ਸੀ। ਇਸ ਹਾਲਤ ਵਿੱਚ ਕੁੱਤਿਆਂ ਦਾ ਰੋਣਾ ਸੁਣ ਕੇ ਉਸ ਨੂੰ ਮੌਤ ਦਾ ਭੈ ਆਉਣ ਲੱਗ ਪਿਆ ਹੋਵੇ। ਬਾਦਸ਼ਾਹ ਦਾ ਹੁਕਮ ਹੋਣ ਕਰਕੇ ਹਰ ਰੋਜ਼ ਸੈਂਕੜੇ ਕੁੱਤੇ ਮਾਰੇ ਜਾਣ ਲੱਗ ਪਏ। ਇੱਕ ਅਧਿਕਾਰੀ ਅਮੀਨ ਦੀਨ, ਜਿਸ ਦਾ ਤੰਬੂ ਰਾਵੀ ਦੇ ਕੰਢੇ ਸੀ, ਉਸਨੇ ਆਪ ਵੇਖਿਆ ਕਿ ਪੌ ਫਟਾਲੇ ਹੁੰਦਿਆਂ ਸ਼ਹਿਰ ਦੇ ਕੁੱਤੇ ਇਸ ਪਾਸੇ ਆ ਕੇ ਦਰਿਆ ਵਿੱਚ ਛਾਲਾਂ ਮਾਰਦੇ ਤਰ ਕੇ ਪਾਰਲੇ ਪਾਸੇ ਜੰਗਲ ਬੇਲੇ ਵਿੱਚ ਚਲੇ ਜਾਂਦੇ ਸਨ। ਸਾਰਾ ਦਿਨ ਉਧਰ ਹੀ ਰਹਿੰਦੇ। ਸਾਂਝ ਨੂੰ ਹਨੇਰਾ ਪਏ ਤੋਂ ਫਿਰ ਤਰ ਕੇ ਵਾਪਸ ਆ ਉਹਨਾਂ ਘਰਾਂ ਨੂੰ ਮੁੜ ਚਲੇ ਜਾਂਦੇ ਜਿੱਥੋਂ ਉਹਨਾਂ ਨੂੰ ਖਾਣ ਨੂੰ ਕੁਝ ਮਿਲ ਜਾਂਦਾ ਸੀ। ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਸੀ। ਜਦ ਤੱਕ ਕੁੱਤੇ ਮਾਰਨ ਦਾ ਹੁਕਮ ਲਾਗੂ ਰਿਹਾ, ਕੁੱਤੇ ਇੰਜ ਹੀ ਕਰਦੇ ਵੇਖੇ ਗਏ। ਬਾਦਸ਼ਾਹ ਦੇ ਮਰੇ ਤੋਂ ਮਗਰੋਂ ਇਹ ਸਿਲਸਿਲਾ ਬੰਦ ਹੋਇਆ। ਜੋਗੀਆਂ ਸੰਨਿਆਸੀਆਂ ਉੱਤੇ ਹੋਰ ਵੀ ਆਫਤ ਆਈ। 28 ਅਕਤੂਬਰ 1711 ਈਸਵੀ ਨੂੰ ਬਾਦਸ਼ਾਹ ਪਾਸ ਇਹਨਾਂ ਵਿਰੁੱਧ ਸ਼ਿਕਾਇਤ ਹੋਈ ਕਿ ਇਹ ਦਿਲੋਂ ਬੰਦਾ ਸਿੰਘ ਨਾਲ ਹਮਦਰਦੀ ਰੱਖਦੇ ਹਨ ਅਤੇ ਬਾਦਸ਼ਾਹੀ ਲਸ਼ਕਰ ਦੀ ਹੋਈ ਬਹੋਈ ਦੀਆਂ ਖਬਰਾਂ ਖੁਫੀਆ ਤੌਰ ਤੇ ਬੰਦਾ ਸਿੰਘ ਤੱਕ ਪਹੁੰਚਾਉਂਦੇ ਹਨ। ਇਸ ਸ਼ਿਕਾਇਤ ਨੂੰ ਸੁਣ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਜੇ ਇਹ ਇਲਜ਼ਾਮ ਕਿਸੇ ਵਿਰੁੱਧ ਸਾਬਤ ਹੋ ਜਾਏ ਤਾਂ ਉਸ ਨੂੰ ਮਾਰ ਦਿੱਤਾ ਜਾਏ। ਨਾਲ ਹੀ ਇਹ ਵੀ ਹੁਕਮ ਹੋਇਆ ਕਿ ਸ਼ਾਹੀ ਲਸ਼ਕਰ ਵਿੱਚੋਂ ਸਭ ਹਿੰਦੂ ਸਾਧੂਆਂ ਨੂੰ ਬਾਹਰ ਕੱਢ ਦਿੱਤਾ ਜਾਏ। ਸੋ ਸਾਰੇ ਸਾਧੂ ਲਸ਼ਕਰੋਂ ਕੱਢ ਦਿੱਤੇ ਗਏ। 14 ਫਰਵਰੀ 1722 ਈਸਵੀ ਨੂੰ ਬਾਦਸ਼ਾਹ ਦਾ ਆਖਰੀ ਦਰਬਾਰ ਹੋਇਆ ਤੇ ਫਿਰ ਖਬਰ ਮਿਲੀ ਕਿ ਬਾਦਸ਼ਾਹ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ। 3 ਦਿਨ ਵੱਡੇ ਵੱਡੇ ਹਕੀਮਾਂ ਤੇ ਵੈਦਾਂ ਆਪਣਾ ਸਾਰਾ ਜ਼ੋਰ ਲਾਇਆ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਆਖਰ 17-18 ਫਰਵਰੀ 1712 ਈਸਵੀ ਦੀ ਵਿਚਕਾਰਲੀ ਰਾਤ ਨੂੰ ਬਾਦਸ਼ਾਹ ਇਸ ਜਹਾਨ ਤੋਂ ਕੂਚ ਕਰ ਗਿਆ। ਲਾਸ਼ ਦਫਨਾਉਣ ਲਈ ਤਿਆਰ ਕਰਕੇ ਤਾਬੂਤ ਵਿੱਚ ਪਾ ਕੇ ਰੱਖ ਦਿੱਤੀ ਤੇ ਇਹ ਤਾਬੂਤ ਬਿਨਾਂ ਦਫਨਾਏ ਹੀ ਪਿਆ ਰਿਹਾ। ਆਖਰ 1 ਅਪ੍ਰੈਲ ਨੂੰ ਬਾਦਸ਼ਾਹ ਦੀ ਵਿਧਵਾ ਮਲਕਾ ਬੀਬੀ ਮਹਿਰ ਪਰਵਰ ਅਤੇ ਚੀਨ ਕਲੀਚ ਮੁਹੰਮਦ ਖਾਨ ਦੀ ਸੌਂਪਣਾ ਵਿੱਚ ਬਾਦਸ਼ਾਹ ਦੀ ਲੋਥ ਦਿੱਲੀ ਨੂੰ ਤੋਰੀ ਗਈ, ਜਿੱਥੇ 5 ਮਈ ਨੂੰ ਅਪੜੀ। ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਲਾਗੇ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਵੱਲੋਂ ਬਣਵਾਈ ਹੋਈ ਸੰਗਮਰਮਰ ਦੀ ਮਸਜਿਦ ਦੇ ਵਿਹੜੇ ਵਿੱਚ ਉਸ ਨੂੰ ਦੱਬਿਆ ਗਿਆ। ਤਖਤ ਲਈ ਸਾਹਿਬਜ਼ਾਦਿਆਂ ਵਿਚਕਾਰ ਲੜਾਈ। ਮੁਗਲ ਬਾਦਸ਼ਾਹ ਵਿੱਚ ਜੋ ਪਿਓ ਦਾਦਿਆਂ ਵੱਲੋਂ ਰਹੁ ਰੀਤ ਤੁਰੀ ਆਉਂਦੀ ਸੀ, ਉਸ ਅਨੁਸਾਰ ਤਖਤ ਮੱਲਣ ਲਈ ਭਾਈਆਂ ਵਿੱਚ ਤਲਵਾਰ ਚੱਲੀ। 4 ਤੋਂ 7 ਮਾਰਚ ਤੱਕ ਸ਼ਹਿਰ ਦੀ ਫਸੀਲੋਂ ਬਾਹਰ ਲੜਾਈ ਹੁੰਦੀ ਰਹੀ। ਸਹਿਜ਼ਾਦਾ ਅਜ਼ੀਮੂ ਸ਼ਾਨ ਜਿਸ ਹਾਥੀ ਤੇ ਸਵਾਰ ਸੀ, ਉਸ ਨੂੰ ਤੋਪ ਦਾ ਗੋਲਾ ਆਣ ਵੱਜਾ। ਇਹ ਫੱਟੜ ਹੋਇਆ ਹਾਥੀ ਇੰਨਾ ਬੇਕਾਬੂ ਹੋ ਗਿਆ ਕਿ ਫੌਜ ਨੂੰ ਰੌਂਦਦਾ ਹੋਇਆ ਨਿਕਲ ਗਿਆ ਤੇ ਰਾਵੀ ਦਰਿਆ ਵਿੱਚ ਜਾ ਛਾਲ ਮਾਰੀ। ਸਹਿਜ਼ਾਦਾ ਤੇ ਹਾਥੀ ਦੋਵੇਂ ਹੀ ਡੁੱਬ ਕੇ ਮਰ ਗਏ। 17-18 ਮਾਰਚ ਦੀ ਲੜਾਈ ਵਿੱਚ ਜਹਾਂਦਾਰ ਸ਼ਾਹ ਨੇ ਆਪਣੇ ਬਾਕੀ ਭਰਾਵਾਂ ਜਹਾਨ ਸ਼ਾਹ ਅਤੇ ਰਫੀਊ ਸ਼ਾਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ 19 ਮਾਰਚ ਨੂੰ ਮੁਗਲਿਆ ਤਖਤ ਉੱਤੇ ਬਾਦਸ਼ਾਹ ਬਣ ਕੇ ਬੈਠਾ। ਆਪਣੇ 3 ਭਾਈਆਂ ਨਾਲ ਜੋ ਅਮੀਰ ਤੇ ਸਰਦਾਰ ਸਹਿਮਤ ਸਨ, ਬਹੁਤ ਸਾਰੇ ਕਤਲ ਕਰਵਾ ਦਿੱਤੇ ਤੇ ਬਾਕੀ ਕੈਦ ਕਰ ਲਏ। ਪਰ ਜਹਾਂਦਾਰ ਸ਼ਾਹ ਦਾ ਰਾਜ ਬਹੁਤੀ ਦੇਰ ਨਾ ਚੱਲ ਸਕਿਆ। 10 ਮਹੀਨਿਆਂ ਪਿੱਛੋਂ ਇਸ ਦੇ ਭਤੀਜੇ ਫਰਖਸ਼ੀਅਰ, ਜੋ ਸ਼ਹਿਜ਼ਾਦਾ ਅਜੀਮੂ ਸ਼ਾਨ ਦਾ ਪੁੱਤਰ ਸੀ, ਨੇ ਇਸ ਨੂੰ ਹਾਰ ਦਿੱਤੀ ਅਤੇ ਸੱਜਦ ਭਰਾਵਾਂ ਹੁਸੈਨ ਅਲੀ ਤੇ ਅਬਦੁੱਲਾ ਦੀ ਮਦਦ ਨਾਲ 2 ਫਰਵਰੀ 1713 ਈਸਵੀ ਨੂੰ ਆਪਣੇ ਚਾਚੇ ਨੂੰ ਕਤਲ ਕਰਵਾ ਕੇ ਤਖਤ ਉੱਤੇ ਬੈਠਾ।
ਭੂਰਿਆਂ ਵਾਲੇ ਰਾਜੇ ਕੀਤੇ ਭਾਗ 12ਵਾਂ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।